सूबे ਦੀਆਂ ਸਿਆਸੀ ਤੇ ਸਮਾਜਿਕ ਖਬਰਾਂ ਦੇ ਇਸ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਬੁਲੇਟਿਨ ਦੀ ਸ਼ੁਰੂਆਤ ਲੁਧਿਆਣਾ ਤੋਂ ਕਰਦੇ ਹਾਂ, ਜਿੱਥੇ ਕੋਰਟ ਕੰਪਲੈਕਸ ਦੇ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਧਮਾਕੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ 5 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਨੇ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰਟ ਕੰਪਲੈਕਸ ਦੇ ਤੀਸਰੀ ਮੰਜ਼ਿਲ ਦੇ ਵਿੱਚ ਇਹ ਧਮਾਕਾ ਹੋਇਆ ਹੈ। ਵਾਸ਼ਰੂਮ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਹੋਇਆ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰੀ ਏਜੰਸੀਆਂ ਵੀ ਪੁਲਿਸ ਦੀ ਜਾਂਚ ਦੇ ਵਿੱਚ ਸਹਿਯੋਗ ਕਰ ਰਹੀਆਂ ਨੇ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਭਿਆਨਕ ਸੀ ਕਿ ਬਿਲਡਿੰਗ ਦਾ ਫਰਸ਼ ਤੱਕ ਉਖੜ ਗਿਆ ਤੇ ਕਈ ਦੀਵਾਰਾਂ ਵੀ ਢਹਿ ਗਈਆਂ ਨੇ। ਸੋ ਇਸ ਪੂਰੀ ਘਟਨਾ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ 5 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਨੇ। ਕੋਰਟ ਕੰਪਲੈਕਸ ਦੇ ਵਿੱਚ ਖੜੀਆਂ ਗੱਡੀਆਂ ਨੂੰ ਵੀ ਇਸ ਧਮਾਕੇ ਤੋਂ ਬਾਅਦ ਨੁਕਸਾਨ ਪਹੁੰਚਿਆ ਹੈ। ਘਟਨਾ ਤੋਂ ਬਾਅਦ ਕੋਰਟ ਕੰਪਲੈਕਸ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਤੇ ਲੋਕ ਬਾਹਰ ਵੱਲ ਨੂੰ ਭੱਜਣੇ ਸ਼ੁਰੂ ਹੋ ਗਏ। ਇਲਾਕੇ ਦੇ ਵਿੱਚ ਵੀ ਇਸ ਬੰਬ ਧਮਾਕੇ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਬੰਬ ਧਮਾਕੇ ਤੋਂ ਬਾਅਦ ਸੂਬੇ ਭਰ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਬਲਾਸਟ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸੂਬੇ ਦੇ ਵੱਖੋ ਵੱਖਰੇ ਆਗੂ ਇਸ ਬੰਬ ਧਮਾਕੇ ਤੋਂ ਬਾਅਦ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ ਜ਼ਖਮੀਆਂ ਦੇ ਨਾਲ ਮੁਲਾਕਾਤ ਦੇ ਲਈ ਪਹੁੰਚ ਰਹੇ ਨੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਸਪਤਾਲ ਦੇ ਵਿੱਚ ਜ਼ਖਮੀਆਂ ਦਾ ਹਾਲ ਚਾਲ ਪੁੱਛਣ ਲਈ ਪਹੁੰਚੇ ਨੇ। ਉਹਨਾਂ ਦੇ ਨਾਲ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਵੀ ਇਸ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਨੇ ਮੀਡੀਆ ਨੂੰ ਵੀ ਸੰਬੋਧਨ ਕੀਤਾ ਹੈ। ਸੋ ਵੱਖੋ ਵੱਖਰੀਆਂ ਸਿਆਸੀ ਪਾਰਟੀਆਂ ਦੇ ਆਗੂ ਵੀ ਪਹੁੰਚ ਰਹੇ ਨੇ ਇਸ ਪੂਰੀ ਘਟਨਾ ਤੋਂ ਬਾਅਦ ਮੌਕੇ ਦਾ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ। ਸਾਰਾ ਸੈਕੰਡ ਫਲੋਰ ਤੇ ਸੀਗਾ ਮੈਂ ਉਸ ਟਾਈਮ। ਮੈਡਮ ਸ਼ਵੇਤਾ ਦਾਸ ਦੀ ਅਦਾਲਤ ਵਿੱਚ ਸੀਗਾ ਜਦੋਂ ਇੱਕਦਮ ਬਲਾਸਟ ਹੋਇਆ। ਸਾਡੇ ਸਾਹਮਣੇ ਉੱਥੇ ਵਿਚਾਰੀ ਲੇਡੀਜ਼ ਇੱਕ ਦਾ ਫੇਸ ਬਿਲਕੁਲ ਮੇ ਵੀ ਸ਼ਾਇਦ ਪੋਸੀਬਲ ਹੈ ਬਚੇ ਨਾ ਬਚੇ, ਬਹੁਤ ਬੁਰੀ ਤਰ੍ਹਾਂ ਇੰਜਰਡ ਹੋਈ ਹੈ। ਹੋਰ ਵੀ ਕਾਫੀ ਬੰਦੇ ਇਹਦੇ ਇੰਜਰਡ ਹੋਏ ਆ। ਜਦੋਂ ਅਸੀਂ ਅਦਾਲਤ ਸੀ ਇੱਕਦਮ ਬੜੀ ਜ਼ੋਰ ਸੀ ਧਮਾਕਾ ਆਇਆ। ਅਸੀਂ ਸੋਚਿਆ ਸ਼ਾਇਦ ਕੋਈ ਸਿਲੰਡਰ ਬਲਾਸਟ ਆ, ਮਗਰ ਸਿਲੰਡਰ ਬਲਾਸਟ ਨਹੀਂ। ਆ ਬਾਥਰੂਮ 'ਚ ਹੋਇਆ ਬੰਬ ਬਲਾਸਟ। ਹੁਣੇ ਜਸਟ 15 ਮਿੰਟ ਪਹਿਲਾਂ ਹੋਇਆ। ਸੈਕੰਡ ਫਲੋਰ ਦੇ ਬਾਥਰੂਮ ਹੈ, ਉੱਥੇ ਕਾਮਨ ਬਾਥਰੂਮ ਹੈ, ਨਾਲ ਰਿਕਾਰਡ ਰੂਮ ਹੈਗਾ ਜਿਹੜਾ ਪਬਲਿਕ ਵਾਸਤੇ ਹੈ। ਉੱਥੇ ਬਲਾਸਟ ਟਾਈਪ ਆਵਾਜ਼ ਆਈ ਸਾਨੂੰ। ਉਹਨੂੰ ਅਸੀਂ ਸਾਰਾ ਸੀਨ ਜਿਹੜਾ ਇਹਨੂੰ ਸਿਕਿਉਰ ਕਰ ਲਿਆ ਔਰ ਸਾਰੀ ਵੈਰੀਫਿਕੇਸ਼ਨ ਕਰ ਰਹੇ ਹਾਂ। ਇਹਦੇ 'ਚ ਇਹੀ ਪਤਾ ਲੱਗਿਆ ਕਿ ਇੱਕ ਬੰਦਾ ਜਿਹੜਾ ਉੱਥੇ ਜਿਹਦੀ ਡੈਥ ਹੋਈ ਹੈ ਔਰ 2 ਬੰਦੇ ਇੰਜਰਡ ਹੈ, ਜੋ ਪ੍ਰੀਲਿਮਿਨਰੀ ਸਾਨੂੰ ਪਤਾ ਲੱਗਿਆ। ਬਾਕੀ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ। ਸਾਰਿਆਂ ਨੂੰ ਅਸੀਂ ਹਸਪੀਟਲ ਭੇਜਤਾ, ਤੇ ਆਰ ਓਕੇ। ਜੋ ਐਨਸੀਪੀ ਸਾਹਿਬ ਨੇ ਆਪ ਹੀ ਭੇਜੇ ਹੈ ਸਾਰੇ। ਤੋ ਇਹਦੀ ਅਸੀਂ ਬੌਂਬ ਜਿਹੜਾ ਸਕੁਆਡ ਹੈ ਉਹ ਆ ਰਿਹਾ ਡਿਸਪੋਜ਼ਲ, ਤੇ ਫੋਰੈਂਸਿਕ ਟੀਮ ਵੀ ਅਸੀਂ ਬੁਲਾਈ ਹੈ ਚੰਡੀਗੜ੍ਹ ਤੋਂ। ਉਹ ਸਾਰਾ ਆ ਕੇ ਅਸੀਂ ਤਾਂ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਕੀ ਹੈ ਕੀ ਫਟਿਆ। ਅਜੇ ਦੇਖੋ ਕਹਿਣਾ ਬਹੁਤ ਔਖਾ ਹੈ ਕਿਉਂਕਿ ਸਾਇੰਟੀਫਿਕ ਚੀਜ਼ ਹੁੰਦੀ ਹੈ। ਸਾਰਾ ਐਗਜ਼ਾਮੀਨੇਸ਼ਨ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਕਿਹਾ ਜਾਊਗਾ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਇਸ ਧਮਾਕੇ ਤੋਂ ਬਾਅਦ ਅਹਿਮ ਬਿਆਨ ਸਾਹਮਣੇ ਆਇਆ। ਨਵਜੋਤ ਸਿੰਘ ਸਿੱਧੂ ਨੇ ਇਲਜ਼ਾਮ ਲਗਾਏ ਨੇ ਕਿ ਸੂਬੇ ਦੇ ਵਿੱਚ ਵੋਟਾਂ ਦੇ ਲਈ ਪੋਲਰਾਈਜੇਸ਼ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਵੋਟਾਂ ਦੇ ਲਈ ਸੌੜੀ ਰਾਜਨੀਤੀ ਕੀਤੀ ਜਾ ਰਹੀ ਹੈ। ਬੜੀ ਮੰਦਭਾਗੀ ਦੁਰਘਟਨਾ ਹੋਈ ਹੈ। It is a series of events which has taken place। ਇੱਕ ਸੀਰੀਜ਼ ਆਫ ਇਵੈਂਟਸ ਹੈ ਜਿਹੜੀ ਪੰਜਾਬ ਦੇ ਵਿੱਚ ਸਹਿਮ ਫੈਲਾਉਣ ਦੇ ਲਈ ਕੀਤੀ ਜਾ ਰਹੀ ਹੈ। ਇਹ ਇਲੈਕਸ਼ਨਾਂ ਦੇ ਕੋਲ ਆ ਕੇ ਕਿਉਂ ਹੁੰਦਾ ਹੈ? ਇਹ ਪੌਣੇ 5 ਸਾਲ ਲੰਘਣ ਤੋਂ ਬਾਅਦ ਹੀ ਕਿਉਂ ਹੁੰਦਾ ਹੈ? ਤੇ ਇਹ ਇੱਕ ਖਾਸ ਕਮਿਊਨਿਟੀ ਨੂੰ ਡਰਾਉਣ ਦੇ ਲਈ ਕਿਉਂ ਹੁੰਦਾ ਹੈ? ਤੇ ਜਿਹੜੇ ਲੋਕ ਪਹਿਲਾਂ ਪੰਜਾਬ ਨੂੰ ਵੇਚਦੇ ਰਹੇ ਔਰ ਗਿਰਵੀ ਰੱਖਦੇ ਰਹੇ, ਆਪਦੀ ਜਾਨ ਬਚਾਉਣ ਨੂੰ ਪੰਜਾਬ ਦੇ ਹੱਕ ਫਿਰਕਾ ਪ੍ਰਸਤ ਤਾਕਤਾਂ ਨੂੰ ਦਿੰਦੇ ਰਹੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਸਹਿਮ ਫੈਲਾ ਕੇ ਤੁਸੀਂ ਵੋਟਾਂ ਦੀ ਰਾਜਨੀਤੀ ਦੇ ਲਈ ਪੋਲਰਾਈਜੇਸ਼ਨ ਨਹੀਂ ਕਰ ਸਕੋਗੇ। ਪੰਜਾਬ ਇੱਕ ਹੈ, ਇੱਕ ਸੀ, ਇੱਕ ਰਹੂਗਾ। ਪੰਜਾਬ ਪੰਜਾਬੀਅਤ ਦੇ ਵਿੱਚ ਬੰਨਿਆ ਹੋਇਆ। ਇਹ ਵੋਟਾਂ ਦੀ ਸੌੜੀ ਰਾਜਨੀਤੀ ਕਰਕੇ ਗੁਰੂ ਸਾਹਿਬ ਦੀ ਬੇਅਦਬੀ ਹੋਈ, ਫਿਰ ਪ੍ਰਯਾਸ ਹੋਏ ਜਿਹੜੇ ਲੋਕਾਂ ਨੇ ਆਪ ਪਹਿਰੇਦਾਰ ਬਣ ਕੇ ਰੋਕੇ, ਕਿਉਂਕਿ ਭਰੋਸੇ ਯੋਗਤਾ ਖਤਮ ਹੋਈ ਜਾਂਦੀ ਹੈ ਲੋਕਾਂ ਦੀ। ਤੇ ਹੁਣ ਇਹ ਬੰਬ ਧਮਾਕੇ
ਇਹ ਸਾਫ਼ ਦਰਸਾਉਂਦਾ ਹੈ ਕਿ ਇੱਕ ਖਾਸ ਕਮਿਊਨਿਟੀ ਦੀ ਪੋਲਰਾਈਜੇਸ਼ਨ ਦੇ ਵਾਸਤੇ, ਉਹਨਾਂ ਨੂੰ ਅੱਡ ਕਰਨ ਦੇ ਵਾਸਤੇ, ਉਹਨਾਂ ਨੂੰ ਡਰਾ ਕੇ ਭੈ ਤੰਤਰ ਦੇ ਨਾਲ, ਲੋਕਤੰਤਰ ਨੂੰ ਡੰਡਾ ਤੰਤਰ ਬਣਾ ਕੇ ਇੱਕ ਐਸੇ ਪਾਸੇ ਮੋੜਿਆ ਜਾ ਰਿਹਾ ਜਿਹੜਾ ਪੰਜਾਬ ਦੇ ਲਈ ਬਹੁਤ ਖਤਰਨਾਕ ਹੈ। ਇਹਦੇ 'ਚ ਪੰਜਾਬ ਇਨਵੋਲਵ ਨਹੀਂ, ਇਹਦੇ 'ਚ ਸ਼ੱਕ ਦੇ ਘੇਰੇ 'ਚ ਏਜੰਸੀਆਂ ਆਉਂਦੀਆਂ ਜਿਨ੍ਹਾਂ ਨੂੰ ਕਠਪੁਤਲੀ ਬਣਾ ਲਿਆ, ਵੱਡੀਆਂ ਵੱਡੀਆਂ ਸੰਸਥਾਵਾਂ ਨੂੰ ਕਠਪੁਤਲੀ ਬਣਾ ਲਿਆ, ਲੋਕਤੰਤਰ ਦਾ ਡੰਡਾ ਤੰਤਰ ਬਣਾਤਾ, ਗੁੰਡਾ ਤੰਤਰ ਬਣਾਤਾ, ਔਰ ਪੰਜਾਬ ਦੀ ਪੰਜਾਬੀਅਤ ਦੇ ਸੋਸ਼ੋ ਇਕਨੋਮਿਕ ਫੈਬਰਿਕ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬੇ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ, ਜਿਸ ਤੋਂ ਬਾਅਦ ਉਹਨਾਂ ਨੇ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕੀਤਾ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਵੇਂ ਹੀ ਪੁਲਿਸ ਨੂੰ ਸੁਰਾਗ ਮਿਲਦੇ ਨੇ ਉਸ ਤੋਂ ਬਾਅਦ ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਅਦਾਲਤਾਂ ਦੀ ਸੁਰੱਖਿਆ ਦੇ ਲਈ ਸੂਬਾ ਸਰਕਾਰ ਫੌਰੀ ਤੌਰ ਤੇ ਪ੍ਰਬੰਧ ਕਰੇਗੀ। ਉਹਨਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਬੰਬ ਧਮਾਕੇ ਤੋਂ ਬਾਅਦ ਇੱਕ ਵੱਡਾ ਚੈਲੰਜ ਮਿਲਿਆ ਹੈ। 12/22 ਤੇ ਬਲਾਸਟ ਹੋਇਆ ਸੈਕੰਡ ਫਲੋਰ ਦੇ ਵਾਸ਼ਰੂਮ ਦੇ ਵਿੱਚ। ਉਹਦੇ 'ਚ ਇੱਕ ਆਦਮੀ ਦੀ ਡੈਥ ਹੋ ਗਈ ਆ, 4 ਜਿਹੜੇ ਨੇ ਇੰਜਰਡ ਨੇ, ਉਹਨਾਂ 'ਚ ਇੱਕ ਐਡਵੋਕੇਟ ਨੇ, ਇੱਕ ਸਾਡਾ ਪੁਲਿਸ ਦਾ ਨੈਪਕੋਟ ਔਰ 2 ਲੇਡੀਜ਼ ਨੇ। ਜਿਹੜਾ ਨੈਪਕੋਟ ਆ ਉਹ ਸੀਐਮਸੀ 'ਚ ਆ, ਐਡਵੋਕੇਟ ਜਿਹੜੇ ਨੇ ਮੰਡ ਸਾਹਿਬ ਉਹ ਡੀਐਮਸੀ ਨੇ, ਦੂਸਰੀ ਜਿਹੜੀ ਲੇਡੀਜ਼ ਨੇ ਯਾਰ ਉਹ ਹਸਪੀਟਲ ਦੇ ਵਿੱਚ ਸਾਰੇ ਜਿਹੜੇ ਨੇ। ਇੱਕ ਡੈਥ ਤੋਂ ਇਲਾਵਾ ਬਾਕੀ ਜਿਹੜੇ ਨੇ ਉਹ ਨਾਰਮਲ ਨੇ ਔਰ ਸਟੇਬਲ ਨੇ। ਉਹਨਾਂ ਦਾ ਮੈਂ ਪਤਾ ਲੈਣ ਦੀ ਜਾ ਰਿਹਾ ਹੁਣ। ਇਹਦੇ 'ਚ ਭਾਜੀ ਦਿਖਦਾ ਨਹੀਂ ਮੈਂ ਜਿਹੜਾ ਇਹਨਾਂ ਨੇ ਕੀਤਾ, ਇਹਦੇ 'ਚ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਾਰਾ ਕੁਝ ਕੋਆਰਡੀਨ ਕੀਤਾ। ਸਾਡੀ ਜਿਹੜੀ ਫੋਰੈਂਸਿਕ ਜਿਹੜੀ ਟੀਮ ਆ ਉਹ ਇੱਥੇ ਪਹੁੰਚ ਗਈ ਆ, ਉਹ ਵੀ ਕਰ ਰਹੇ ਨੇ, ਚੰਡੀਗੜ੍ਹੋਂ ਵੀ ਚੱਲੇ ਨੇ। ਔਰ ਜਿਹੜੇ ਕੋਈ ਪੁਰਾਣੇ ਜਿਹੜੇ ਕੋਈ ਸਾਡੇ ਕੋਲ ਰਿਟਾਇਰਡ ਫੋਰੈਂਸਿਕ ਵਾਲੇ ਨੇ ਉਹਨਾਂ ਨੂੰ ਵੀ ਅਸੀਂ ਕਿਹਾ ਕਿ ਤੁਸੀਂ ਵੀ ਆ ਕੇ ਦੇਖੋ ਕਿ ਇਹਦੇ 'ਚ ਕੀ ਚੀਜ਼ਾਂ ਹੈਗੀਆਂ ਨੇ ਔਰ ਕਿਵੇਂ ਬਲਾਸਟ ਹੋਇਆ ਤੇ ਇਹਦੇ 'ਚ ਕਿਹੜਾ ਜਿਹੜਾ ਐਕਸਪਲੋਸਿਵ ਹੈ ਜਿਹੜਾ ਕਿਹੜਾ ਇਹਦੇ 'ਚ ਵਰਤਿਆ ਗਿਆ। ਦੂਸਰੀ ਜਿਹੜੀ ਚੀਜ਼ ਹੈ ਜਿਹੜਾ ਇਹਨਾਂ ਨੇ ਕਿਹਾ ਕਿ ਥੋੜਾ ਜਿਹਾ ਥੱਲੇ ਆਪਣੀ ਜਿਹੜੀ ਸਟੇਟ ਆ ਇਹ ਬਾਰਡਰ ਸਟੇਟ ਆ, ਇਹ ਵੀ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿ ਜੋ ਜਿਹੜੀਆਂ ਕੋਈ ਬਾਹਰ ਉਹਨਾਂ ਦਾ ਵੀ ਇਹ ਕਾਰਾ ਹੋ ਸਕਦਾ ਕਿਉਂਕਿ ਉਹ ਕਦੀ ਨਹੀਂ ਚਾਹੁੰਦੇ ਕਿ ਪੰਜਾਬ ਜਿਹੜਾ ਸਟੇਬਲ ਰਹੇ। ਔਰ ਜੇ ਪੰਜਾਬ ਸਟੇਬਲ ਹੁੰਦਾ ਤੇ ਪੂਰਾ ਹਿੰਦੁਸਤਾਨ ਸਟੇਬਲ ਹੈ। ਕੋਸ਼ਿਸ਼ਾਂ ਕੀਤੀਆਂ ਜਾਣ। ਅਸੀਂ ਜਿਹੜੀ ਹੈ ਇਹਨੂੰ ਹਾਈ ਅਲਰਟ ਤੇ ਪੰਜਾਬ ਅੱਜ ਕੀਤਾ, ਪਹਿਲਾਂ ਵੀ ਕੀਤਾ ਸੀ, ਬਾਰਡਰ ਤੇ ਵੈਸੇ ਹੀ ਸਾਡਾ ਹਾਈ ਅਲਰਟ ਰਹਿੰਦਾ ਤੇ ਪੂਰੇ ਪੰਜਾਬ 'ਚ ਹਾਈ ਅਲਰਟ ਕੀਤਾ। ਜਿਹੜੀਆਂ ਕੋਰਟਸ ਨੇ ਜਾਂ ਡੀਸੀ ਆਫਿਸ ਨੇ ਜਾਂ ਜਿਹੜੀਆਂ ਮੇਜਰ ਪਬਲਿਕ ਦੀਆਂ ਜਿੱਥੇ ਜ਼ਿਆਦਾ ਲੋਕ ਆਉਂਦੇ ਨੇ ਉੱਥੇ ਜਿਹੜੀ ਹੈ ਕਿ ਸਿਕਿਉਰਿਟੀ ਵਧਾਈ ਜਾਵੇਗੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲੁਧਿਆਣਾ ਬੰਬ ਬਲਾਸਟ ਦੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਮਿਲਣ ਹਸਪਤਾਲ ਦੇ ਵਿੱਚ ਪਹੁੰਚੇ। ਇਸ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਸਿਆਸੀ ਏਜੰਡੇ ਦੇ ਤਹਿਤ ਲੋਕਾਂ ਦੇ ਵਿੱਚ ਡਰ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਦੇ ਵਿੱਚ ਨਕਾਰਾਤਮਕ ਰਾਜਨੀਤੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੇਕਸੂਰ ਲੋਕਾਂ ਦੀਆਂ ਜਾਨਾਂ ਲਈਆਂ ਜਾ ਰਹੀਆਂ ਨੇ ਤੇ ਸੂਬੇ ਦੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੁਨੇਹਾ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਹੈ। ਉਹਨਾਂ ਨੇ ਸਵਾਲ ਕੀਤਾ ਕਿ ਆਖਿਰ ਵੋਟਾਂ ਦੇ ਨਜ਼ਦੀਕ ਹੀ ਇਸ ਤਰ੍ਹਾਂ ਦੇ ਹਾਦਸੇ ਕਿਉਂ ਵਾਪਰਦੇ ਨੇ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਵੰਡਿਆ ਨਹੀਂ ਜਾ ਸਕੇਗਾ। मनों में वो लड़ाई लड़ी गई है और पंजाब ने हर ऐसी ओछी हरकत पे विजय पाई और वो विजय एकता में है। पंजाब के लोगों को ये समझना चाहिए कि ये कमजोर बेकसूर लोगों के साथ गंदी राजनीति हो रही है। जिस राजनीति में मानवीय जीवन का मोल ना हो, मानवीय जीवन का सम्मान ना हो, वो राजनीति नहीं, दरिंदगी है। इसलिए मुझे बहुत दुख है और मैं इस असह और अकह लॉस पे
जो भी बयान कर रहा हूं वो अपनी आत्मा से बयान कर रहा हूं। ये हमारी जो यूनिवर्सल ब्रदरहुड, आपसी भाईचारे की आत्मिक सांझ है, ये उस पे आघात है। और मैं सारे पंजाब को कहता हूं कि पहले भी पंजाब समझता था, आज भी पंजाब समझता है। एंड वी विल गिव अ बिफिटिंग रिप्लाई टू ऑल दोज हु वांट टू डिवाइड अस। ये डिविसिव राजनीति जो है, ये तोड़ने की राजनीति कभी भी लोगों के मन में घर नहीं कर पाएगी। जोड़ने वाले को मान और तोड़ने वाले को अपमान मिलता है। इसलिए मैं इन सब बेकसूर लोगों के साथ एक आत्मिक सांझ, आई हैव अपोलोजाइज टू देम। उनका कोई कसूर नहीं है, और वैसे भी जो बेकसूर होते हैं वही इस किस्म की राजनीति में सजा पाते हैं। सर, अकाली दल द्वारा राजनीति की जा रही है। सिद्धू साहब, अकाली दल द्वारा राजनीति की जा रही है। कोई भी बंदा इस गल ਨੂੰ ਸਮਝਦਾ ਹੈ, ਜਿਹੜਾ ਇਹ ਸਮਝਦਾ ਹੈ ਕਿ ਬੰਗਾਲ 'ਚ ਕੀ ਹੋਇਆ ਸੀ, ਉੱਥੇ ਵੀ ਲੋਕ ਲੜੇ ਸੀ। ਜਿਹੜਾ ਇਹ ਸਮਝਦਾ ਹੈ ਕਿ ਇੱਥੇ ਕੀ ਹੋ ਰਿਹਾ ਹੈ, ਮਤਲਬ ਲੋਕ ਇੰਨੇ ਕਿ ਸਿਆਣੇ ਨੇ, ਉਹਨਾਂ ਨੂੰ ਇਹ ਸਮਝ ਆਉਂਦੀ ਹੈ ਵੀ ਇਹ ਲਾਸਟ 1.5 ਮਹੀਨੇ 'ਚ ਕਿਉਂ ਹੁੰਦਾ ਹੈ, ਇਹ ਅਖੀਰ ਦੇ ਵਿੱਚ ਹੀ ਆ ਕੇ ਕਿਉਂ ਹੁੰਦਾ ਹੈ, ਇਹ ਜਦੋਂ ਇਲੈਕਸ਼ਨ ਨੇੜੇ ਆਉਂਦੇ ਆ ਇਹ ਤਦੋਂ ਹੀ ਕਿਉਂ ਹੁੰਦਾ ਹੈ। ਇਹ ਸਭ ਨੂੰ ਸਮਝ ਹੈ ਭਾਈ, ਇਹ ਸਭ ਨੂੰ ਸਮਝ ਹੈ। ਪੰਜਾਬ ਵੰਡਿਆ ਨਹੀਂ ਜਾਏਗਾ, ਪੰਜਾਬ ਡਿਵਾਈਡ ਨਹੀਂ ਹੋਏਗਾ। ਉਧਰ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਲਗਾਤਾਰ ਮੰਥਨ ਕੀਤਾ ਜਾ ਰਿਹਾ। ਦਿੱਲੀ ਦੇ ਵਿੱਚ ਪੰਜਾਬ ਦੇ ਐਮਪੀਜ਼ ਦੀ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਤੋਂ ਬਾਅਦ ਲੁਧਿਆਣਾ ਤੋਂ ਐਮਪੀ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨੂੰ ਸੰਬੋਧਨ ਕੀਤਾ। जब भी इलेक्शन होती ਜਦੋਂ ਵੀ ਇਲੈਕਸ਼ਨ ਹੁੰਦੀ ਆ, ਹਰ ਵਾਰ ਇਹ ਗੱਲ ਵਰਕਰ ਆ ਜਿਹੜਾ ਖਾਸ ਤੌਰ ਤੇ ਉਹ ਗੱਲ ਹਮੇਸ਼ਾ ਇਹ ਕਰਦਾ ਵੀ ਜਿਹੜੀ ਟਿਕਟਾਂ ਏ, ਜਿਹੜੇ ਕੰਮ ਕਰਨ ਵਾਲੇ ਨੇ, ਮਿਹਨਤ ਕਰਨ ਵਾਲੇ ਨੇ, ਉਹ ਕਈ ਵਾਰ ਇਗਨੋਰ ਹੋ ਜਾਂਦੇ ਆ, ਉਹ ਰਹਿ ਜਾਂਦੇ ਆ। ਤੇ ਇਸ ਕਰਕੇ ਹਾਈ ਕਮਾਂਡ ਦੇ ਮੂਹਰੇ ਇਹ ਇਕੱਲੀ ਪੰਜਾਬ ਦੀ ਗੱਲ ਨਹੀਂ ਮੈਂ ਕਰਦਾ, ਜਦੋਂ ਵੀ ਕਿਸੇ ਸਟੇਟ 'ਚ ਹੁੰਦੀ ਹੈ ਇਲੈਕਸ਼ਨ ਇਹ ਗੱਲ ਮੂਹਰੇ ਆਉਂਦੀ ਆ। ਤੇ ਜੇ ਇਹ ਫੈਸਲਾ ਲਿਆ ਗਿਆ ਏ, ਜੇ ਸਾਡੇ ਹਰੀਸ਼ ਚੌਧਰੀ ਜੀ ਨੇ ਇੰਚਾਰਜ ਸਾਹਿਬ ਨੇ ਇਹ ਗੱਲ ਕਹੀ ਆ, ਤੇ ਮੈਂ ਸਮਝਦਾ ਇਹ ਬਹੁਤ ਵਧੀਆ ਤੇ ਬਹੁਤ ਵੱਡਾ ਫੈਸਲਾ ਏ। ਇਹਨੂੰ ਹਰ ਹਾਲ ਇੰਪਲੀਮੈਂਟ ਕਰਨਾ ਚਾਹੀਦਾ। ਮੈਂ ਆਪਣੀ ਜੇ ਗੱਲ ਕਰਾਂ, ਮੈਂ ਹੁਣ ਆਪਣੇ ਕੱਲ੍ਹ ਨੂੰ ਵਾਈਫ ਦੇ ਲਈ, ਆਪਣੇ ਮਦਰ ਦੇ ਲਈ, ਆਪਣੇ ਮੈਂ ਭਰਾ ਲਈ, ਆਪਣੇ ਮੈਂ ਬੇਟੇ ਲਈ ਟਿਕਟ ਮੰਗਾ, ਤੇ ਮੈਂ ਨਹੀਂ ਸਮਝਦਾ ਉਹ ਗੱਲ ਕੋਈ ਚੰਗੀ ਆ। ਤੇ ਜੇ ਪੋਲੀਟਿਕਸ 'ਚ ਰਹਿਣਾ, ਮੈਂ ਆਪਣੀ ਗੱਲ ਨਿੱਜੀ ਮੈਂ ਜ਼ਰੂਰ ਕਰੂੰਗਾ ਵੀ ਮੈਂ ਇਸ ਇਲੈਕਸ਼ਨ ਦੇ ਵਿੱਚ ਕੋਈ ਵੀ ਆਪਣੇ ਪਰਿਵਾਰ ਲਈ ਕੋਈ ਟਿਕਟ ਨਾ, ਆਪਣੇ ਪਾਰਲੀਮੈਂਟ ਹਲਕੇ 'ਚ ਨਾ ਕਿਤੇ ਮੈਂ ਕੋਈ ਵੀ ਟਿਕਟ ਨਾ ਮੰਗ ਰਿਹਾ, ਨਾ ਮੰਗੂੰਗਾ ਕਦੇ। ਮੈਂ ਉਹਨਾਂ ਦੇ ਨਾਲ ਕੰਮ ਕੀਤਾ ਏ। ਮੈਂ ਹੁਣ ਕੈਪਟਨ ਸਾਹਿਬ ਦੇ ਨਾ ਮੈਂ ਪਹਿਲਾਂ ਕਿਹਾ, ਨਾ ਮੈਂ ਅੱਜ ਕਹਾਂ। ਹੁਣ ਗੱਲ ਸਹੀ ਆ ਵੀ ਮੈਂ ਤਾਂ ਸਿਰਫ ਇੱਕ ਉਹਨਾਂ ਦੇ ਛੋਟਾ ਉਹਨਾਂ ਦੀ ਉਮਰ 'ਚ ਹੋਣ 'ਚੋਂ ਇਹੀ ਕਹਿ ਸਕਦਾ ਵੀ ਕੈਪਟਨ ਸਾਹਿਬ ਬਹੁਤ ਵਧੀਆ ਰਾਜ ਭਾਗ ਤੁਹਾਡਾ ਰਿਹਾ ਏ। ਤੁਸੀਂ ਚੰਗੀ ਜਿਹੜੀ ਆ ਉਹ ਚੰਗੇ ਕੰਮ ਵੀ ਕੀਤੇ ਆ। ਚਲੋ ਮਜੀਠੀ ਵਾਲਾ ਕੰਮ ਨਹੀਂ ਕੀਤਾ, ਉਹ ਹੁਣ ਹੋ ਗਿਆ। ਆਰਾਮ ਨਾਲ ਜ਼ਿੰਦਗੀ ਬਤੀਤ ਕਰੋ। ਕਿਉਂ ਇਸ ਉਮਰ 'ਚ ਆਪ ਵੀ ਔਖੇ ਹੋ ਰਹੇ ਹੋ ਤੇ ਰੋਜ਼ ਆਪਣੇ ਸਰੀਰ ਨੂੰ ਵੀ ਕਸ਼ਟ ਦੇ ਰਹੇ ਹੋ। ਇਹ ਸਰੀਰ ਕੈਪਟਨ ਸਾਹਿਬ ਦਾ ਤਾਂ ਜਹਾਜ਼ਾਂ 'ਚ, ਬੜੇ ਬੜੇ ਮਹਿਲਾਂ 'ਚ ਰਹਿਣ ਵਾਲਾ, ਇਹ ਸੜਕਾਂ 'ਤੇ ਆਪਣੇ ਆਪ ਨੂੰ ਕਿਉਂ ਕਸ਼ਟ ਦੇ ਰਹੇ ਹੋ ਇਸ ਉਮਰ 'ਚ? ਕੋਈ ਬੱਲੀ ਗੱਲ ਹੋ ਗਈ, ਕੋਈ ਹੋਰ ਬਿਮਾਰੀ ਹੋ ਗਈ। ਕਿਉਂਕਿ ਜਿਹੜਾ ਬੰਦਾ ਬਾਹਰਲੀ ਹਵਾ ਨਾ ਲੈਣ ਗਿੱਝਿਆ ਹੋਵੇ, ਉਹਨੂੰ ਬਾਹਰ ਮਤਲਬ ਇੱਕ ਏਸੀ ਦੀ ਹਵਾ 'ਚ ਜਾਂ ਹੀਟਰਾਂ 'ਚ ਰਹਿ ਕੇ ਉਹ ਤਾਂ ਵਿਚਾਰੇ, ਤੇ ਅੱਜ ਉਹ ਸੜਕਾਂ 'ਤੇ ਬਾਹਰ ਫੇਰ ਰਿਹਾ, ਫੁੱਲ ਕੋਈ ਮਾਰ ਰਿਹਾ, ਕੋਈ ਕੁਛ ਫੁੱਲ ਜੇ ਕੋਈ ਜ਼ੋਰ ਦੀ ਵੱਜ ਗਿਆ ਫੇਰ ਕੌਣ ਜ਼ਿੰਮੇਦਾਰ ਆ ਜੇ ਕੋਈ 19-21 ਹੋ ਗਈ। ਇਸ ਕਰਕੇ ਕੈਪਟਨ ਸਾਹਿਬ ਨੂੰ ਮੈਂ ਕਹੂੰਗਾ, ਉਹਨਾਂ ਦੇ ਸਿਕਿਉਰਿਟੀ ਦੇ ਜਿਹੜੇ ਇੰਚਾਰਜ ਨੇ ਖੂਬੀ ਰਾਮ ਜੀ, ਉਹ ਉਹਨਾਂ ਦਾ ਖਿਆਲ ਰੱਖਣ, ਉਹਨਾਂ ਨੂੰ ਬਾਹਰ ਨਿਕਲਣ ਦੀ ਘੱਟ ਇਜਾਜ਼ਤ ਦੇਣ, ਕਿਉਂਕਿ ਬਹੁਤ ਵੱਡਾ ਖਤਰਾ ਉਹਨਾਂ ਦੀ ਸਿਹਤ ਲਈ ਹੋ ਸਕਦਾ ਹੈ। ਉਧਰ ਅੰਮ੍ਰਿਤਸਰ ਦੇ ਵਿੱਚ ਬੀਜੇਪੀ ਦੇ ਪੰਜਾਬ ਪੱਧਰ ਦੇ ਆਗੂਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਬੀਜੇਪੀ ਆਗੂ ਗਜੇਂਦਰ ਸਿੰਘ ਸ਼ੇਖਾਵਤ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਵਿੱਚ
ਸਮਾਜਿਕ ਤਾਣੇ ਬਾਣੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ कोशिश भी की जा रही है। मुझे लगता है कि अब क्योंकि केस दर्ज हो चुका है, पुलिस जांच कर रही है। यदि कोई व्यक्ति पाक साफ है और उसने किसी तरह का अपराध नहीं किया है तो पुलिस के सामने आकर के उसको फेस करना चाहिए, जांच में सहयोग करना चाहिए। और यदि जांच से कोई व्यक्ति भागता है तो कानून को अपना काम पूरी ताकत के साथ में करना चाहिए। पंजाब के युवकों को नशे की गिरफ्त से बाहर निकालना, और जैसे मैंने कहा कि एक समृद्धि वाले पंजाब की छवि होती थी और दूसरे आजकल नशे से ग्रस्त पंजाब की छवि होती है, इसको निकालने के लिए भारतीय जनता पार्टी कृत संकल्प है। नशा मुक्त पंजाब करके रोजगार युक्त पंजाब बनाएंगे, समृद्ध पंजाब बनाएंगे, खुशहाल पंजाब बनाएंगे, भाईचारे का पंजाब बनाएंगे। इस संकल्प के साथ में ही भारतीय जनता पार्टी चुनाव के मैदान में। सर, ये आरोप लग रहे हैं कि ईडी का भय दिखाकर कुछ कांग्रेसी नेताओं को भाजपा अपनी तरफ शामिल करे। हाँ, मुझे लगता है अभी मैंने पिछले प्रश्न का उत्तर दिया कि जिसने कोई अपराध नहीं किया उसको कोई भय होना नहीं चाहिए। तो पहले तो ये तय करें, जो भी इस बात का स्टेटमेंट देता है वो तय करें कि कौन कौन से लोग जो हैं वो ईडी के भय से भयग्रस्त है। पहले उस बात का लिस्ट का खुलासा करना चाहिए। कृषि क्षेत्र के कल्याण के लिए माननीय प्रधानमंत्री जी ने जिस तरह से पिछले 7 साल में काम किया, एग्रीकल्चर सेक्टर को देखने का नजरिया जो प्रोडक्शन सेंट्रिक होता था, क्योंकि हम फूड डेफिसिट नेशन थे, उसको बदल करके और प्रॉफिट सेंट्रिक अप्रोच के साथ में एग्रीकल्चर को देखा गया। किसान की आमदनी बढ़े इस लक्ष्य के साथ में सॉइल हेल्थ कार्ड से लेकर के मार्केट रिफॉर्म्स तक ये सारे निर्णय किए गए, और जितने निर्णय अब तक किए गए उनका सकारात्मक प्रभाव देश के कृषि क्षेत्र में निश्चित रूप से दिखाई देता है। मैं ये मानता हूं कि तात्कालिक समय में शायद, जैसा माननीय प्रधानमंत्री जी ने कहा कि शायद हम में कहीं कमी रह गई थी कि हम नहीं समझा पाए, या मुझे लगता है कहीं आप सब मित्रों का सहयोग जैसा चाहिए था वैसा नहीं मिल पाया कि हम नहीं समझा पाए। लेकिन जो कुछ माननीय प्रधानमंत्री जी ने पिछले 7 सालों में किसानों के लिए किया है, देश का हर एक अन्नदाता किसान उस बात को निश्चित रूप से मानता भी है, स्वीकार भी करता है। इसलिए ये कल्पना करना कि देश का किसान या प्रदेश का किसान भारतीय जनता पार्टी के साथ नहीं होगा, मुझे लगता है कि अब ये निर्मूल और निराधार हो गया। उधर आम आदमी पार्टी सुप्रीमो दिल्ली के मुख्य मंत्री अरविंद केजरीवाल ने भी लुधियाना विखे हुए बलास्ट से अपनी प्रतिक्रिया दिंदिया कहा है कि पंजाब दे विच शांति नूं भंग करन दी कोशिश की जा रही है। अरविंद केजरीवाल ने कहा कि सूबे के लोग इस साजिश नूं कामयाब नहीं होण देणगे। अरविंद केजरीवाल ने इस बंब धमाके दे विच मरण वालियां दी आत्मिक शांति दे लई प्रार्थना भी की है। अभी कुछ देर पहले लुधियाना से ब्लास्ट की खबर आई है, सुन के बहुत दुख हुआ। सबसे पहले तो इसमें जिन लोगों की जान गई है उन सभी की आत्मा की शांति के लिए ईश्वर से प्रार्थना करता हूँ। ईश्वर उनके परिवार को इस दुख की घड़ी में साहस दे। इसमें घायल हुए सभी लोगों के जल्द स्वस्थ होने की कामना करता हूँ। अभी 3-4 दिन पहले दरबार साहब में बेअदबी का मामला हुआ था और आज ये ब्लास्ट हो गया। कुछ लोग पंजाब का माहौल खराब करना चाहते हैं। कुछ लोग हर बार चुनाव से पहले इस तरह की साजिश रचते हैं। पिछली बार उन्होंने मौड़ में बॉम्ब ब्लास्ट करवाया था। पर पंजाब के 3 करोड़ लोग एक मुट्ठी की तरह एक हैं। यही एकता कुछ लोगों को हजम नहीं हो रही, इसलिए ये लोग माहौल खराब करने की कोशिश कर रहे हैं। उन लोगों की किसी भी साजिश को पंजाब के लोग किसी भी कीमत पे कामयाब नहीं होने देंगे। हमें एक साथ खड़े रहना है, एक दूसरे का हाथ पकड़ के रखना है। आम आदमी पार्टी के सीनियर आगू अमन अरोड़ा ने भी इस घटना के उपर अपनी प्रतिक्रिया देते हुए कहा है कि सूबे दे विच अमन शांति नूं भंग करने की कोशिश की जा रही है। अमन अरोड़ा ने सवाल करदे कहा कि आखिर वोटां दे नज़दीक ही इस तरह दीयां घटनावां क्यों वापरदियां ने। उन्होंने सूबा सरकार नूं आम लोकां दी जान माल दी रक्षा करन दी अपील की है। देखो, मैं समझदा कि यह बहुत मंदभागा है कि ਜਦੋਂ भी पंजाब दे विच चोणां हुंदियां ने उदों ही बेअदबियां दियां और बंब बलास्टां दियां जिहड़ियां माड़ियां घटनावां ने वो शुरू हो जांदियां ने। अज लुधियाणे कोर्ट ਕੰਪਲੈਕਸ ਦੇ ਵਿੱਚ
ਵੱਡਾ ਧਮਾਕਾ ਹੋਇਆ ਜਿਸ ਦੇ ਵਿੱਚ ਪਤਾ ਲੱਗਿਆ ਕਿ 3 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ 4 ਦਿਨ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਤੇ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਕਪੂਰਥਲੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ। ਇਹੀ ਮਾਹੌਲ ਸੀ ਜਿਹੜਾ ਅੱਜ ਤੋਂ 5 ਸਾਲ ਪਹਿਲਾਂ 2015 ਦੇ ਵਿੱਚ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਸ ਤੋਂ ਬਾਅਦ ਸ੍ਰੀ ਕੁਰਾਨ ਸ਼ਰੀਫ ਦੀ, ਭਗਵਤ ਗੀਤਾ ਦੀ ਕਈ ਬੇਅਦਬੀਆਂ ਨੇ ਜਿਹੜੀਆਂ ਉਸ ਸਮੇਂ ਵੀ ਹੋਈਆਂ, ਤੇ ਫਿਰ ਮੌਡ ਬੰਬ ਬਲਾਸਟ ਹੋਇਆ ਜਿਸ ਦੇ ਵਿੱਚ 7 ਲੋਕਾਂ ਦੀ ਜਾਨ ਹੈ ਜਿਹੜੀ ਉਹ ਚਲੀ ਗਈ। ਤੇ ਅਨਫੋਰਚੂਨੇਟਲੀ ਹਜੇ ਤੱਕ ਨਾ ਕਿਸੇ ਬੇਅਦਬੀ ਦੀ ਘਟਨਾ ਦਾ ਤੇ ਨਾ ਹੀ ਮੌਡ ਬੰਬ ਬਲਾਸਟ ਦਾ ਕੋਈ ਥੌ ਟਿਕਾਣਾ ਜਿਹੜਾ ਉਹ ਪੰਜਾਬ ਸਰਕਾਰ ਲੱਭ ਨਹੀਂ ਸਕੀ ਹੈਗੀ। ਤੇ ਹੁਣ ਜਦੋਂ ਦੁਬਾਰਾ ਚੋਣਾਂ ਸਿਰ ਤੇ ਨੇ ਫਿਰ ਉਸ ਤਰੀਕੇ ਦੀਆਂ ਹੀ ਘਟਨਾਵਾਂ ਸ਼ੁਰੂ ਹੋ ਗਈਆਂ ਜਿਹਦੇ ਨਾਲ ਪੰਜਾਬ ਦਾ ਮਾਹੌਲ ਹੈ ਜਿਹੜਾ ਉਹ ਖਰਾਬ ਹੋਣ ਦਾ ਅੰਦੇਸ਼ਾ ਜਿਹੜਾ ਉਹ ਬਣਿਆ ਹੋਇਆ। ਮੈਂ ਸਮਝਦਾ ਕਿ ਇਹਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਡਿਪਟੀ ਮੁੱਖ ਮੰਤਰੀ ਨੂੰ ਜਿਨ੍ਹਾਂ ਕੋਲ ਹੋਮ ਦਾ ਮਹਿਕਮਾ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਇਹ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਇਸ ਤਰੀਕੇ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਮੁੜ ਕੇ ਦੁਬਾਰਾ ਪੰਜਾਬ ਦੇ ਵਿੱਚ ਨਾ ਹੋਣ, ਕਿਉਂਕਿ ਇਹਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਆਹਤ ਹੁੰਦੀਆਂ ਨੇ। ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ। ਲੰਮੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੀਟਿੰਗ ਨੂੰ ਸੰਬੋਧਨ ਕੀਤਾ। ਬਾਦਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬੇ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਸਿਆਸੀ ਰੰਗਤ ਨਹੀਂ ਦੇਣਾ ਚਾਹੁੰਦਾ। ਇਸ ਮੌਕੇ ਉਹਨਾਂ ਨੇ ਸੂਬੇ ਦੀ ਕਾਂਗਰਸ ਸਰਕਾਰ ਤੇ ਵੱਡੇ ਸਿਆਸੀ ਇਲਜ਼ਾਮ ਲਗਾਏ ਨੇ। ਸ਼੍ਰੋਮਣੀ ਅਕਾਲੀ ਦਲ ਜਿਹੜੀ ਸ਼ੁਰੂ ਤੋਂ ਹੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਔਰ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਪਾਰਟੀ ਹੈ, ਉਹਦੇ ਹੁਣ ਉਸ ਨੂੰ ਵੀ ਇਹ ਮੌਕਾ ਦੇਖਣ ਦਾ ਮੌਕਾ ਮਿਲਿਆ ਕਿ ਹਰਿਮੰਦਰ ਸਾਹਿਬ ਤੇ ਹਮਲਾ ਹੋ ਗਿਆ। ਬੜੇ ਅਫਸੋਸ ਦੀ ਗੱਲ ਹੈ ਕਿ ਇਹ ਕਾਂਗਰਸ ਇੱਥੋਂ ਦੀ ਜਿਹੜੀ ਸਰਕਾਰ ਹੈ ਪੰਜਾਬ ਦੀ, ਮੈਂ ਕੋਈ ਸਿਆਸੀ ਰੰਗਤ ਨਹੀਂ ਦੇਣਾ ਚਾਹੁੰਦਾ, ਇਹਨਾਂ ਨੇ ਕਿਹਾ ਅਸੀਂ 3 ਦਿਨਾਂ ਦੇ ਅੰਦਰ ਅੰਦਰ ਅਸੀਂ ਮੁਲਜ਼ਮ ਫੜ ਲਾਂਗੇ, ਸਿੱਟ ਮੁਕਰਰ ਕਰਤੀ ਹੈ। ਲੇਕਿਨ ਜੋ 6-7 ਦਿਨ ਟੱਪ ਗਏ, ਇਹਦੇ ਤੇ ਕੋਈ ਇਹਨਾਂ ਦੀ ਸੀਰੀਅਸਨੈਸ ਨਹੀਂ ਨਜ਼ਰ ਆ ਰਹੀ, ਨਾ ਹਿੰਦੁਸਤਾਨ ਦੀ ਸਰਕਾਰ ਦੀ ਨਾ ਪੰਜਾਬ ਸਰਕਾਰ ਦੀ। ਇਸ ਲਈ ਇਹਦਾ ਬਹੁਤ ਦੁੱਖ ਹੈ, ਬਹੁਤ ਸਦਮਾ ਹੈ। ਇਸ ਵਾਸਤੇ 2 ਤਾਰੀਖ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਮੰਜੀ ਸਾਹਿਬ ਇੱਕ ਬਹੁਤ ਵੱਡਾ ਪੰਥਕ ਇਕੱਠ, ਰੋਸ ਇਕੱਠ ਹੋ ਰਿਹਾ, ਜਿਹਦੇ 'ਚ ਇਹ ਰੋਸ ਦਾ ਪ੍ਰਗਟਾਵਾ ਕੀਤਾ ਜਾਏਗਾ। ਔਰ ਇਸ ਤੋਂ ਬਾਅਦ ਜੇ ਇਹ ਫਿਰ ਸੁੱਤੀਆਂ ਸਰਕਾਰਾਂ ਨਾ ਜਾਗੀਆਂ ਤਾਂ ਫਿਰ ਹੋਰ ਕਦਮ ਅੱਗੇ ਚੁਣਨ ਦਾ ਐਲਾਨ ਕੀਤਾ ਜਾਏਗਾ। ਇਹ ਵੀ ਗੱਲ ਹੈ ਕਿ ਪੰਜਾਬ ਦਾ ਲਾਅ ਐਂਡ ਆਰਡਰ ਵੀ ਖਤਮ ਹੋ ਗਿਆ। ਆ ਲੁਧਿਆਣੇ ਕੀ ਹੋਇਆ ਅਜੇ ਪਤਾ ਨਹੀਂ ਕੀ ਹੋਣਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਨੇ। ਅਜਿਹੇ ਵਿੱਚ ਆਗੂ ਇੱਕ ਪਾਰਟੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ। ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਵੱਖ ਹੋਏ ਰਣਜੀਤ ਸਿੰਘ ਬ੍ਰਹਮਪੁਰਾ ਇੱਕ ਵਾਰ ਫੇਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁੜ ਤੋਂ ਸ਼ਾਮਲ ਹੋ ਗਏ ਨੇ। ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਹੈ। ਉਜਾਗਰ ਸਿੰਘ ਵਡਾਲੀ ਵੀ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਗਏ ਨੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਗਏ ਕਈ ਆਗੂ ਪਾਰਟੀ ਦੇ ਵਿੱਚ ਵਾਪਸ ਆ ਗਏ ਨੇ। ਅੱਜ ਸ਼੍ਰੋਮਣੀ ਅਕਾਲੀ ਦਲ ਵਾਸਤੇ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਦਿਨ ਹੈ। ਅੱਜ ਮੇਰੇ ਪਿਤਾ ਸਮਾਨ ਬਜ਼ੁਰਗ ਜਥੇਦਾਰ ਬ੍ਰਹਮਪੁਰਾ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਅੱਜ ਵਾਪਸ ਸ਼੍ਰੋਮਣੀ ਅਕਾਲੀ ਦਲ 'ਚ ਆਏ। ਬ੍ਰਹਮਪੁਰਾ ਸਾਹਿਬ ਦਾ ਇੱਕ ਭਰਾਵਾਂ ਵਾਂਗੂ ਰਿਸ਼ਤਾ। ਮੈਨੂੰ ਯਾਦ ਹੈ ਇੱਕ ਵਾਰ ਮੈਂ ਵੱਡੇ ਬਾਦਲ ਸਾਹਿਬ ਨੂੰ ਮੈਂ ਪੁੱਛਿਆ ਸੀ ਕਿ ਪਾਰਟੀ ਵਿੱਚ ਤੁਹਾਡਾ ਸਭ ਤੋਂ ਪਿਆਰਾ ਦੋਸਤ ਇੱਕ ਹੁੰਦਾ ਨਾ ਜਿਹੜਾ ਅਟੈਚਮੈਂਟ, ਉਹਨਾਂ ਨੇ ਕਿਹਾ ਬ੍ਰਹਮਪੁਰਾ ਸਾਹਿਬ ਦਾ ਨਾਂ ਲਿੱਤਾ ਸੀ।
ਪੂਰੀ ਜ਼ਿੰਦਗੀ ਬ੍ਰਹਮਪੁਰਾ ਸਾਹਿਬ ਤੇ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਸੰਘਰਸ਼ ਕੀਤਾ, ਹਰ ਔਖੀ ਘੜੀ 'ਚ ਇਕੱਠੇ ਰਹਿ ਕੇ ਦੁਸ਼ਮਣਾਂ ਦਾ ਸਾਹਮਣਾ ਕੀਤਾ। ਮੈਨੂੰ ਲੱਗਦਾ ਸਾਰੀ ਜ਼ਿੰਦਗੀ ਦਾ ਸਾਥ ਇੱਕ ਦੂਜੇ ਨਾਲ ਉਹਨਾਂ ਨਿਭਾਇਆ। ਕੁਝ ਕਾਰਨਾਂ ਕਰਕੇ ਆਪਾਂ ਤੋਂ ਥੋੜੇ ਵਿਛੜ ਗਏ ਸੀ, ਪਰ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਬ੍ਰਹਮਪੁਰਾ ਸਾਹਿਬ ਦੇ ਆਸ਼ੀਰਵਾਦ ਨਾਲ, ਕਿਉਂਕਿ ਉਹਨਾਂ ਦੀ ਜਿਹੜਾ ਐਕਸਪੀਰੀਅੰਸ ਹੈ, ਉਹਨਾਂ ਦੀ ਦੂਰ ਦੇਖਣ ਦੀ ਇਹਨਾਂ ਦੀ ਜਿਹੜੀ ਸੋਚ ਹੈ, ਉਹਨਾਂ ਨੂੰ ਸਾਡਾ ਬਹੁਤ ਵੱਡਾ ਬੈਨੀਫਿਟ ਸ਼੍ਰੋਮਣੀ ਅਕਾਲੀ ਦਲ ਨੂੰ ਹੋਣਾ ਉਹਨਾਂ ਦੇ ਆਸ਼ੀਰਵਾਦ ਨਾਲ। ਰੋਪੜ ਦੇ ਵਿੱਚ ਪੰਚਾਇਤਾਂ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਸਰਪੰਚਾਂ ਤੇ ਪੰਚਾਂ ਨੇ ਇਲਜ਼ਾਮ ਲਗਾਏ ਨੇ ਕਿ ਸੂਬਾ ਸਰਕਾਰ ਵੱਲੋਂ ਪੰਚਾਇਤਾਂ ਨੂੰ ਗ੍ਰਾਂਟਾਂ ਨਹੀਂ ਦਿੱਤੀਆਂ ਜਾ ਰਹੀਆਂ, ਜਿਸ ਕਾਰਨ ਵਿਕਾਸ ਕੰਮ ਰੁਕੇ ਹੋਏ ਨੇ। ਅੱਜ ਦੀ ਪ੍ਰੈਸ ਕਾਨਫਰੰਸ ਸਰਪੰਚਾਂ ਨੂੰ ਪਿਛਲੇ 5 ਸਾਲ ਦੇ ਵਿੱਚ ਰੋਪੜ ਚੋਣ ਹਲਕੇ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਗਈ। ਸਾਡੇ ਪ੍ਰਧਾਨ ਜੀ ਸਰਪੰਚ ਸਾਹਿਬ ਮੈਣੀ ਤੋਂ ਇਹਨਾਂ ਨੇ ਸਮੇਂ ਸਿਰ ਹਰ ਇੱਕ ਨੇਤਾ ਨੂੰ ਜਾ ਕੇ ਇਸ ਬਾਰੇ ਅਪਰੋਚ ਕੀਤਾ, ਡੀਸੀ ਤੋਂ ਲੈ ਕੇ ਸੀਐਮ ਸਾਹਿਬ ਤੱਕ, ਪਰ ਅੱਜ ਤੱਕ ਸਾਨੂੰ ਕੁਝ ਵੀ ਨਹੀਂ ਮਿਲਿਆ ਹੈਗਾ। ਇਸ ਕਰਕੇ ਸਾਨੂੰ ਅੱਜ ਮਜਬੂਰ ਹੋ ਕੇ ਇਹ ਕਾਨਫਰੰਸ ਕਰਨੀ ਪਈ ਹੈ ਤੇ ਇਹਦੇ ਵਿੱਚ ਅਸੀਂ ਜਿਹੜੀਆਂ ਵੀ ਅੱਜ ਫੈਸਲੇ ਲਏ ਹਨ ਅਸੀਂ ਉਹਨਾਂ ਤੇ ਅਡਿੱਗ ਹੈ ਔਰ ਲਾਸਟ ਤੱਕ ਅਸੀਂ ਕਰਾਂਗੇ। ਇਸ ਟਾਈਮ ਮੇਰੀ ਮੌਜੂਦਾ ਜਿਹੜੀ ਮਿਸਿਸ ਸਰਪੰਚ ਆ, 2008 ਤੋਂ 13 ਦੇ ਵਿੱਚ ਮੈਂ ਸਰਪੰਚ ਸਰਬਸੰਮਤੀ ਨਾਲ ਬਣਿਆ। ਉਸ ਤੋਂ ਬਾਅਦ ਨੈਕਸਟ ਮੇਰੇ ਮਹਿੰਦਰਪਾਲ ਸਿੰਘ ਵਕੀਲ ਇੱਕ ਮੇਰੇ ਪਿੰਡ ਤੋਂ, ਉਹ ਵੀ ਅਸੀਂ ਆਪਣਾ ਉਹਦੇ 'ਚ ਸਰਬਸੰਮਤੀ ਨਾਲ ਸਰਪੰਚ ਬਣਾਇਆ। ਉਸ ਤੋਂ ਬਾਅਦ ਹੁਣ ਵੀ ਮੇਰੀ ਮਿਸਿਸ ਜੋ ਆ ਮਤਲਬ ਸਰਬਸੰਮਤੀ ਨਾਲ ਸਰਪੰਚ ਬਣੀ। ਸਰਬਸੰਮਤੀ ਤੋਂ ਬਾਅਦ ਕੁਝ ਮਿਲਿਆ ਤੁਹਾਨੂੰ? ਸਰਬਸੰਮਤੀ ਸਿਰਫ ਸਾਨੂੰ 2008 ਤੋਂ 13 ਦੇ ਵਿੱਚ ਵੀ ਲਾਰੇ ਮਿਲੇ ਆ। ਉਸ ਤੋਂ ਬਾਅਦ ਫਿਰ ਦੁਬਾਰਾ ਸਾਡੇ ਮਹਿੰਦਰਪਾਲ ਜੀ ਬਣੇ ਆ, ਉਸ ਟਾਈਮ ਵੀ ਲਾਰੇ, ਉਸ ਟਾਈਮ ਹੁਣ ਵੀ ਸਾਡੇ ਕੋਲ ਮਤਲਬ ਜਿਹੜੀ ਸਰਪੰਚੀ ਆ ਇਹ ਵੀ ਮਤਲਬ ਸਰਬਸੰਮਤੀ ਨਾਲ, ਤੇ ਹੁਣ ਵੀ ਲਾਰਿਆਂ ਤੇ ਸਵਾਇਆ ਕੁਝ ਨਹੀਂ ਹੈ। ਰੂਪਨਗਰ ਦੀਆਂ ਪੰਚਾਇਤਾਂ ਨੂੰ ਪਿਛਲੇ 4.5 ਸਾਲ ਦੌਰਾਨ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੇ ਔਰ ਨਾ ਹੀ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪਿਛਲੇ 3 ਮਹੀਨੇ ਦੌਰਾਨ ਕੋਈ ਵੀ ਜਿਹੜੀ ਗ੍ਰਾਂਟ ਆ ਨਹੀਂ ਦਿੱਤੀ, ਜਦ ਕਿ ਹਲਕਾ ਆਨੰਦਪੁਰ ਸਾਹਿਬ ਔਰ ਚਮਕੌਰ ਸਾਹਿਬ ਦੀਆਂ ਪੰਚਾਇਤਾਂ ਨੂੰ 50 ਤੋਂ ਲੈ ਕੇ 70, 80 ਲੱਖ ਈਵਨ ਕਰੋੜ ਰੁਪਇਆ ਵੀ ਜਿਹੜੀ ਗ੍ਰਾਂਟ ਦਿੱਤੀ ਗਈ ਆ। ਜਿਹੜਾ ਇਹ ਵਿਤਕਰਾ ਸੀਗਾ ਇਹ ਰੂਪਨਗਰ ਵਿਧਾਨ ਸਭਾ ਹਲਕੇ ਦੇ ਨਾਲ ਕੀਤਾ ਗਿਆ। ਸੋ ਅਸੀਂ ਅੱਜ ਸਾਰੀਆਂ ਪੰਚਾਇਤਾਂ ਨੇ, ਨੁਮਾਇੰਦਿਆਂ ਨੇ, ਪ੍ਰਧਾਨ ਚਰਨਜੀਤ ਸਿੰਘ ਮਿਆਣੀ ਦੀ ਨੁਮਾਇੰਦਗੀ ਵਿੱਚ ਇਹ ਗੱਲ ਕਰੜੇ ਸ਼ਬਦਾਂ ਵਿੱਚ ਸਰਕਾਰ ਦੀ ਨਿੰਦਾ ਕਰੀ ਹੈ ਔਰ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਦੀ ਵੀ ਇਸ ਗੱਲ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ ਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਔਰ ਵਿਧਾਨ ਸਭਾ ਤੋਂ ਬਾਹਰ ਵੀ ਪੰਚਾਇਤਾਂ ਦੀ ਰਾਖੀ ਦੇ ਲਈ, ਪੰਚਾਇਤਾਂ ਨੂੰ ਗ੍ਰਾਂਟਾਂ ਦੇ ਲਈ ਕੋਈ ਵੀ ਨਿੱਜੀ ਤੌਰ ਤੇ ਡੂੰਘਾ ਅਤੇ ਕਾਰਗਰ ਕਦਮ ਨਹੀਂ ਉਠਾਇਆ। ਖਬਰਾਂ ਦੇ ਇਸ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।